साहिब जीओ एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच जेता समुंद सागर नीर भरया तेते अवगण हमारे दया करहो किछ कर्म कमावहो डूब दे पत्थर तारे जीड़ा अगन बराबर तपै भीतर वगै काती प्रणवत नानक हुक्म पछाणै सुख होवै दिन राती प्रणवत नानक हुक्म पछाणै सुख होवै दिन राती तेरे गुण बहुते मैं एक न जानिया मैं मूर्ख किछ दीजै प्रणवत नानक सुन मेरे साहिबा डूबदा पत्थर लीजै धन वाहे गुरु साहिब जियो
ਚੌਥਾ ਘਰ ਦੂਜਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਸਭ ਆਏ ਹੁਕਮ ਖਸਮਾਹੋ, ਹੁਕਮ ਸਭ ਵਰਤਨੀ। ਸਚ ਸਾਹਿਬ ਸਾਚਾ ਖੇਲ, ਸਭ ਹਰ ਧਨੀ। ਸਭ ਆਏ ਹੁਕਮ ਖਸਮਾਹੋ, ਹੁਕਮ ਸਭ ਵਰਤਨੀ। ਸਚ ਸਾਹਿਬ ਸਾਚਾ ਖੇਲ, ਸਭ ਹਰ ਧਨੀ। ਸਾਲਾਹਿਓ ਸਚ ਸਭ ਉਪਰ ਹਰ ਧਨੀ। ਜਿਸ ਨਾਹੀ ਕੋਇ ਸ਼ਰੀਕ, ਕਿਸ ਲਿਖੈ ਹਉ ਗਨੀ। ਰਹਾਉ ਪੌਣ ਪਾਣੀ ਧਰਤੀ ਆਕਾਸ, ਕਰ ਮੰਦਰ ਹਰ ਬਨੀ। ਵਿਚ ਵਰਤੈ ਨਾਨਕ ਆਪ, ਝੂਠ ਕਹੋ ਕਿਆ ਗਨੀ। ਪੌਣ ਪਾਣੀ ਧਰਤੀ ਆਕਾਸ, ਘਰ ਮੰਦਰ ਹਰ ਬਨੀ। ਵਿਚ ਵਰਤੈ ਨਾਨਕ ਆਪ, ਝੂਠ ਕਹੋ ਕਿਆ ਗਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਹੋ ਜੁਗ ਅਟਲ, ਦੀਨ ਦੁਨੀਆ ਦੇ ਮਾਲਕ, ਹਾਲਤ ਪਲ ਦੇ ਰਖਿਅਕ, ਦੋ ਜਹਾਨਾਂ ਦੀ ਵਾਲੀ, ਵਾਲੀਏ ਕੁਲ ਆਲਮ, ਜਗਤ ਜਲੰਦੇ ਨੂੰ ਠਾਰਨ ਵਾਲੇ, ਦਇਆ ਦੇ ਕਰ ਠੰਡ ਦੇ ਸੋਮੇ, ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਗਰੀਬ ਨਵਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਜੁੜ ਬੈਠੀ ਸਮੂਹ ਸਾਧ ਸੰਗਤ ਜੀ, ਬੜੇ ਪਿਆਰ ਸਹਿਤਾਪ ਜੀ ਸਤਿਗੁਰਾਂ ਦੀ ਮੁਬਾਰਕ ਗੋਦ ਵਿੱਚ ਬੈਠ ਕਰਕੇ
ਜੀਵਨ ਵਿੱਚ ਸਤਿਗੁਰਾਂ ਦੀ ਬਖਸ਼ਿਸ਼ ਰਹਿਮਤ ਨੂੰ ਪ੍ਰਾਪਤ ਕਰਦਿਆਂ ਹੋਇਆ ਇਹਨਾਂ ਸਵਾਸਾਂ ਨੂੰ ਆਪ ਜੀ ਸਫਲ ਬਣਾਉਣ ਦਾ ਯਤਨ ਕਰ ਰਹੇ ਹੋ। ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਨੇ ਆਪ ਜੀ ਨੂੰ ਸਤਿਗੁਰਾਂ ਦੀ ਇਲਾਹੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਨਾਲ ਜੋੜਨਾ ਕੀਤਾ ਹੈ। ਸਮਾਪਤੀ ਹੋਈ, ਆਪਾਂ ਸਾਰਿਆਂ ਨੇ ਰਲ ਮਿਲ ਕੇ ਇੱਕ ਪਾਵਨ ਸ਼ਬਦ ਦਾ ਪਾਠ ਸ਼ਰਵਣ ਕੀਤਾ ਤੇ ਅੱਜ ਦੇ ਇਹਨਾਂ ਦੀਵਾਨਾਂ ਵਿੱਚ ਅਸੀਂ ਇਹਨਾਂ ਹੀ ਅੰਮ੍ਰਿਤ ਬਚਨਾਂ ਨੂੰ ਵਿਚਾਰਨ ਦਾ ਯਤਨ ਕਰਨਾ ਹੈ। ਇਹ ਪਾਵਨ ਸ਼ਬਦ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸੋਢੀ ਸੁਲਤਾਨ, ਜਿਨ੍ਹਾਂ ਦੇ ਬਾਬਤ ਭੱਟ ਸਾਹਿਬਾਨ ਬੜਾ ਪਿਆਰਾ ਲਿਖਦੇ ਨੇ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਉਹਨਾਂ ਦੀ ਸ਼ਰਨ ਦੀ ਇਹ ਬਰਕਤ ਹੈ ਕਿ ਜਿਹੜਾ ਜੀਵ ਗੁਨਾਹਾਂ ਨਾਲ ਭਰਿਆ, ਅਵਗੁਣਾਂ ਨਾਲ ਭਰਿਆ ਪਿਆ, ਪਾਪ ਬਹੁਤ ਕਮਾਏ ਨੇ, ਜੀਵਨ ਅੰਦਰ ਕੋਈ ਸ਼ੁਭ ਕਰਮ ਨਹੀਂ, ਜਦੋਂ ਉਹ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਪੈ ਜਾਂਦਾ ਹੈ ਨਾ, ਹਜ਼ੂਰ ਆਖਦੇ ਨੇ ਗੁਰੂ ਰਾਮਦਾਸ ਇੰਨੀ ਕੁ ਦਇਆ ਕਰਦੇ ਨੇ, ਇੰਨੀ ਕੁ ਕਰੁਣਾ ਵਰਤਾਉਂਦੇ ਨੇ, ਆਪਣੀ ਸ਼ਰਨ ਵਿੱਚ ਆਇਆ ਨੂੰ ਸੱਚੇ ਪਾਤਸ਼ਾਹ ਜੀ ਰੱਖ ਲੈਂਦੇ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। ਐਸੇ ਕਿਰਪਾਲੂ ਦਾਤਾਰ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਚੋਂ ਅੱਜ ਦਾ ਇਹ ਪਾਵਨ ਸ਼ਬਦ ਉਚਾਰਨ ਹੋਇਆ ਰਾਗ ਤਿਲੰਗ ਵਿੱਚ। 723 ਉੱਪਰ ਇਹ ਸ਼ਬਦ ਦਰਜ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਅੱਜ ਬਖਸ਼ਿਸ਼ ਕੀਤੀ ਵੀ ਇਸ ਮਨੁੱਖ ਦੇ ਅੰਦਰ ਇੱਕ ਗੁਣ ਐਸਾ ਹੈ, ਇਹ ਆਪਣੇ ਕੰਮ ਲਈ, ਆਪਣੇ ਸਵਾਰਥ ਦੀ ਪੂਰਤੀ ਲਈ ਦੁਨੀਆ ਦੀ ਖੁਸ਼ਾਮਦੀ ਬੜੀ ਕਰਦਾ ਹੈ। ਲੋਕਾਂ ਦੀ ਚਾਪਲੂਸੀ, ਉਹਨਾਂ ਦੀ ਵਡਿਆਈ, ਕਿਸੇ ਅੰਦਰ ਗੁਣ ਵੀ ਨਾ ਹੋਵੇ ਫਿਰ ਵੀ ਉਹਦੀ ਝੂਠੀ ਵਡਿਆਈ ਕਰੀ ਜਾਂਦਾ ਹੈ ਵੀ ਤੁਹਾਡੇ ਵਰਗਾ ਬੰਦਾ ਕੋਈ ਨਹੀਂ ਵੇਖਿਆ। ਬੜੀ ਵਡਿਆਈ ਕਰਦਾ ਹੈ, ਬੜੀ ਉਹਦੀ ਸ਼ੋਭਾ ਗਾਉਂਦਾ ਹੈ, ਉਹਦੀ ਸਿਫਤ ਕਰਦਾ ਹੈ, ਉਹਦੀ ਸਲਾਹਨਾ ਕਰਦਾ ਹੈ। ਸੱਚੇ ਪਾਤਸ਼ਾਹ ਕਹਿਣ ਲੱਗੇ ਕੇਵਲ 2 ਕੁ ਟਕਿਆਂ ਲਈ, ਆਪਣੇ ਛੋਟੇ ਜਿਹੇ ਕੰਮ ਲਈ ਤੂੰ ਆਮ ਬੰਦੇ ਦੀ ਇੰਨੀ ਖੁਸ਼ਾਮਦੀ ਕਰਦਾ ਹੈ, ਇੰਨੀ ਸ਼ੋਭਾ ਕਰਦਾ ਹੈ, ਜਿਹੜਾ ਬੰਦਾ ਉਸ ਦੇ ਲਾਇਕ ਵੀ ਨਹੀਂ ਹੁੰਦਾ ਉਹਦੀ ਵੀ ਤੂੰ ਵਡੇਰ ਰੱਜ ਕੇ ਕਰੀ ਜਾਂਦਾ। ਸੱਚੇ ਪਾਤਸ਼ਾਹ ਕਹਿਣ ਲੱਗੇ ਇਹਨੂੰ ਛੱਡ ਥੋੜਾ ਜਿਹਾ। ਜੇ ਵਡਿਆਈ ਕਰਨ ਦੀ ਤੈਨੂੰ ਆਦਤ ਪੈ ਗਈ ਹੈ ਨਾ, ਖੁਸ਼ਾਮਦੀ ਕਰਨ ਦੀ, ਸ਼ੋਭਾ ਹੀ ਕਰਨ ਦੀ, ਕਹਿਣ ਲੱਗੇ ਝੂਠੀ ਸ਼ੋਭਾ ਨਾ ਕਰ। ਫਿਰ ਜੇ ਸਲਾਹਣਾ ਹੀ ਆ, ਜੇ ਵਡਿਆਈ ਹੀ ਕਰਨੀ ਆ, ਉਸ ਮਾਲਕ ਦੀ ਕਰ, ਪਰਮਾਤਮਾ ਦੀ, ਜਿਸ ਤੋਂ ਵੱਡਾ ਹੋਰ ਕੋਈ ਨਹੀਂ, ਜਿਸ ਦੇ ਸਮਰੱਥ, ਜਿਹਦੀ ਸਮਰੱਥਾ ਦੇ ਬਰਾਬਰ ਦੁਨੀਆ ਤੇ ਕੋਈ ਨਹੀਂ। ਉਹ ਆਪਣੇ ਆਪ ਵਿੱਚ ਇੱਕ ਹੀ ਹੈ ਤੇ ਇਸ ਕਰਕੇ ਉਹਦੀ ਵਡਿਆਈ ਕਰੇਗਾ। ਹਜ਼ੂਰ ਕਹਿਣ ਲੱਗੇ ਤੈਨੂੰ ਦੋਹਾਂ ਜਹਾਨਾਂ ਵਿੱਚ ਢੋਈ ਮਿਲ ਜਾਏਗੀ ਜੇ ਕੇਵਲ ਦੁਨੀਆ ਦੀ ਖੁਸ਼ਾਮਦੀ ਚ ਲੱਗਾ ਰਿਹਾ। ਸੱਚ ਜਾਣੀ ਆਪਣਾ ਸਭ ਕੁਝ ਗਵਾ ਕੇ ਤੁਰਦਾ ਬਣੇਗਾ ਇੱਥੋਂ। ਅੱਜ ਦਾ ਪਾਵਨ ਸ਼ਬਦ ਹੈ
ਹਜ਼ੂਰ ਕਹਿਣ ਲੱਗੇ ਜਿਹਦਾ ਹੁਕਮ ਚਾਰੇ ਪਾਸੇ ਚੱਲਦਾ ਹੈ, ਤੂੰ ਉਹਨਾਂ ਦੀ ਖੁਸ਼ਾਮਦੀ ਕਰਦਾ, ਸੋਭਾ ਕਰਦਾ ਜਿਨ੍ਹਾਂ ਦਾ ਹੁਕਮ, ਜਿਹੜੇ ਵੱਡੇ ਅਹੁਦੇ ਤੇ ਨੇ, ਜਿਨ੍ਹਾਂ ਦਾ ਹੁਕਮ ਕੁਝ ਕੁ ਇਲਾਕੇ ਵਿੱਚ ਚੱਲਦਾ ਹੈ। ਜਦ ਤੈਨੂੰ ਵੱਡਾ ਕਰਦੇ ਉਹਨਾਂ ਦਾ ਹੁਕਮ ਸਟੇਟ ਵਿੱਚ ਚੱਲਦਾ ਹੈ, ਇੱਕ ਦੇਸ਼ ਵਿੱਚ ਚੱਲਦਾ ਹੈ। ਪਰ ਉਸ ਮਾਲਕ ਨੂੰ ਉਹਦੀ ਸਿਫਤ ਕਰ, ਜਿਸ ਮਾਲਕ ਦਾ ਹੁਕਮ ਸਮੁੱਚੇ ਬ੍ਰਹਿਮੰਡ ਤੇ ਚੱਲਦਾ ਹੈ। ਇਸ ਕਰਕੇ ਜੇ ਸੋਭਾ ਕਰਨੀ ਉਸ ਪਰਮਾਤਮਾ ਦੀ ਕਰ, ਉਹਦੀ ਸ਼ੋਭਾ ਉਹਦੀ ਵਡਿਆਈ ਵਿੱਚੋਂ ਬੜਾ ਕੁਝ ਮਿਲਦਾ ਹੈ। ਅੱਜ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਿੰਨੀਆਂ ਕੁ ਰਹਿਮਤਾਂ ਤੇ ਬਖਸ਼ਿਸ਼ਾਂ ਸਾਡੇ ਤੇ ਵਰਤਾਉਣਗੇ ਇਹਨਾਂ ਪਵਿੱਤਰ ਸ਼ਬਦਾਂ ਦੇ ਜ਼ਰੀਏ। ਆਓ ਉਸ ਮਾਲਕ ਦੀ, ਉਸ ਕਰਤੇ ਦੀ ਸਿਫਤ ਤੇ ਉਹਦੀ ਵਡਿਆਈ ਵਿੱਚ ਆਪਾਂ ਜੁੜਨਾ ਹੈ। ਜਿੰਨੇ ਵੀ ਆਪ ਜੀ ਇੱਥੇ ਬੈਠੇ ਹੋ, ਇੱਕ ਵਾਰ ਸਾਰੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰੀਏ। ਆਪਾਂ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰੀਏ, ਪਾਤਸ਼ਾਹ ਜੀ ਕਿਰਪਾ ਕਰੋ, ਅਸੀਂ ਵੀ ਗੁਨਾਹਾਂ ਦੇ ਭਰਿਆ, ਸਾਨੂੰ ਵੀ ਆਪਣੇ ਦਰ ਘਰ ਤੋਂ ਆਪਣੀ ਸਿਫਤ, ਆਪਣੀ ਵਡਿਆਈ, ਆਪਣੀ ਸਲਾਹਨਾ ਬਖਸ਼ ਦਿਓ, ਤਾਂ ਕਿ ਸਾਡੇ ਵੀ ਜੀਵਨ ਦਾ ਭਲਾ ਹੋ ਜਾਏ, ਕੋਈ ਰਸਨਾ ਵਾਂਝੀ ਨਾ ਰਹੇ ਜੀ। ਸਾਰੇ ਕਿਰਪਾ ਕਰੋ, ਬੜੇ ਪਿਆਰ ਸਹਿਤ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਫੇਰ ਕਰੋ ਕਿਰਪਾ, ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਅੱਜ ਦੇ ਇਸ ਅੰਮ੍ਰਿਤ ਸ਼ਬਦ ਵਿੱਚ ਜੋ ਰਹਾਉ ਦੀਆਂ ਤੁਕਾਂ ਮੇਰੇ ਮਾਲਕ ਨੇ ਉਚਾਰਨ ਕੀਤੀਆਂ ਨੇ, ਸੱਚੇ ਪਾਤਸ਼ਾਹ ਨੇ ਪਵਿੱਤਰ ਬਚਨ ਕੀਤੇ ਨੇ, ਰਹਾਉ ਦੀਆਂ ਤੁਕਾਂ ਨੇ। ਹਜ਼ੂਰ ਕਹਿਣ ਲੱਗੇ ਸਾਲਾਹਿਓ ਸੱਚ, ਸਭ ਉਪਰ ਹਰ ਧਨੀ, ਜੇ ਤੂੰ ਸਲਾਹਣਾ ਹੀ ਹੈ ਦੁਨੀਆ ਦੇ ਝੂਠੇ ਬੰਦਿਆਂ ਦੀ, ਜਿਨ੍ਹਾਂ ਨੇ ਸਮਾਂ ਪਾ ਕੇ ਖਤਮ ਹੋ ਜਾਣਾ, ਮਿਟ ਜਾਣਾ, ਉਹਨਾਂ ਦੀ ਸਿਫਤ ਨਾ ਕਰ। ਜੇ ਸਲਾਹਣਾ ਹੀ ਹੈ, ਸਲਾਹਿਓ ਸੱਚ, ਉਹ ਪਰਮਾਤਮਾ ਜਿਹੜਾ ਜੁਗ ਹੋ ਜੁਗ ਅਟਲ ਹੈ, ਜਿਹੜਾ ਦੁਨੀਆ ਦੀ ਹੋਂਦ ਤੋਂ ਪਹਿਲਾਂ ਵੀ ਕਾਇਮ ਸੀ, ਹੁਣ ਵੀ ਹੈ, ਦੁਨੀਆ ਦੀ ਹੋਂਦ ਮਿਟ ਜਾਏਗੀ, ਉਹ ਮਾਲਕ ਉਦੋਂ ਵੀ ਰਹੇਗਾ ਜਿਹੜਾ ਅਵਚਲ ਹੈ, ਅਡੋਲ ਹੈ। ਐਸੇ ਮਾਲਕ ਦੀ ਸਲਾਹਨਾ ਕਰ, ਜਿਸ ਪਰਮਾਤਮਾ ਦਾ ਹੁਕਮ ਸਾਰੇ ਪਾਸੇ ਪਿਆ ਚੱਲਦਾ ਹੈ। ਸਾਲਾਹਿਓ ਸੱਚ, ਸਭ ਉਪਰ ਹਰ ਧਨੀ। ਇਤੇ ਧਣੀ ਦਾ ਅਰਥ ਉਹ ਪਰਮਾਤਮਾ ਹੈ, ਪਰਿਪੂਰਨ ਪਰਮਾਤਮਾ, ਜਿਹੜਾ ਸਭ ਤੋਂ ਉੱਪਰ ਹੈ, ਉਹ ਤੋਂ ਉੱਪਰ ਹੋਰ ਕੋਈ ਨਹੀਂ। ਹਜ਼ੂਰ ਬਚਨ ਕਰਦੇ ਨੇ, ਮੈਂ ਪੇਖਿਓ ਰੀ ਉੱਚਾ, ਮੋਹਨ ਸਭ ਤੇ ਉੱਚਾ। ਜਿਹੜਾ ਹਰੀ ਪਰਮਾਤਮਾ ਹੈ ਐ ਸਖੀ, ਮੈਂ ਵੇਖ ਲਿਆ, ਇਸ ਗੱਲ ਨੂੰ ਭਲੀ ਭਾਂਤ ਜਾਣ ਲਿਆ, ਸਮਝ ਲਿਆ ਵੀ ਆਪਣਾ ਪ੍ਰੀਤਮ, ਆਪਣਾ ਪਿਆਰਾ ਵਾਹਿਗੁਰੂ ਹੀ ਸਭ ਤੋਂ ਉੱਚਾ ਹੈ, ਉਹ ਤੋਂ ਉੱਚਾ ਹੋਰ ਕੋਈ ਨਹੀਂ। ਸਖੀ ਪੁੱਛਦੀ ਹੈ ਤੈਨੂੰ ਕਿਵੇਂ ਪਤਾ ਹੈ? ਕਹਿਣ ਲੱਗੀ ਮੈਂ ਸਾਰੇ ਜਗਤ ਵਿੱਚ ਭਟਕ ਭਟਕ ਕੇ ਵੇਖ ਲਿਆ, ਵੱਡੇ ਵੱਡੇ ਅਵਤਾਰ ਨਜ਼ਰ ਆਏ ਨੇ, ਪੈਗੰਬਰ ਨਜ਼ਰ ਆਏ ਨੇ, ਵਲੀ ਨਜ਼ਰ ਆਏ ਨੇ, ਪਰ ਆਪਣੇ ਸਤਿਗੁਰ ਤੋਂ ਵੱਡਾ ਇਸ ਦੁਨੀਆ ਤੇ ਕੋਈ ਨਹੀਂ, ਕੋਈ ਲਾਗੇ ਤਾਗੇ ਨਜ਼ਰ ਵੀ ਨਹੀਂ ਆਉਂਦਾ। ਮੈਂ ਪੇਖਿਓ ਰੀ ਉੱਚਾ, ਮੋਹਨ ਸਭ ਤੇ ਉੱਚਾ,
आन न समसर को लागे, ढूंढ रही हम मूचा। लब लब के थक गए हाँ, पर मालक दी बराबरी करन वाला इहदे बराबर दा अज तक कोई मिलिया ही नहीं। ऐसे मालक दी सिफत करिए ना फिर आपां, जिस मालक तो वड्डा होर कोई नहीं। सच्चे पातशाह ने अज राग तिलंग विच किरपा कीती है। शब्द दा सरलेख है तिलंग महला चौथा घर दूजा। एक ओंकार सतगुर प्रसाद। ओ एक ओंकार जेड़ा परमात्मा इन्नी वड्डी समर्था दा मालक है, बनाउण वाला ओ है, पालन वाला भी ओही है, संघारन वाला भी ओही है। ओ एक है जेड़ा एक सारी खलकत विच रमिया होया है। जे ओनू पाउणा है सतगुर दी किरपा नाल पा सकदे आ, ओदी किरपा नाल मिलेगा, उंज नहीं। एक ओंकार सतगुर प्रसाद। हुण हजूर जो मैं बचन साझा कर रहा भी सालाह हो सच, सब ऊपर हर धनी, जिस नाही कोई शरीक, किस लेखै होगनी। शरीक दा अर्थ हुंदा है शरीका, भी साडे नाल दा ही है, साडे चो ही ने, साडे खानदान चो साडे शरीक ने, साडी बराबरी करन वाले। हजूर कहन लगे भी परमात्मा दा शरीक नहीं अज तक कोई पैदा होया, ते ना किसी ने बनना। जेड़ा मालक दा शरीक बन के बैठदा है, अपने आप को खुदा कहलाउंदा है, सच्चे पातशाह कहन लगे ओदा अंत बड़ी छेती आउंदा है। रब दा शरीक यतन बड़िया ने कीते ने, पुरातन समय तो गल तुरदी आउंदी है। शरीक बनन दे यतन बहुत होए, बराबरी करन दा यतन बहुत कीता गया, पर जिन्ना ने यतन किया सच्चे पातशाह कहन लगे नेस्ता नबूद हो गए, उन्हां दियां कबरां तक नहीं मिलियां। उस मालक दा शरीक कोई बन ही नहीं सकता। ओनी समर्था, ओनी रहमतां, ओनियां बख्शिशां कित्थों ले आवांगे। हजूर कहन लगे ओदी सिफत कर, ओदी सलाहना कर, जिस तो वड्डा होर कोई नहीं। साध संगत जी, हुण जिन्नू मालक अपनी सिफत दिंदा है ना, अपनी वडियाई दिंदा है भी तू मेरे गुण गा, मेरी सिफत कर। एक गल याद रखण योग है, जिस कोलों मालक अपनी सिफत करवाउंदा है ना, असी जिन्ने इत्थे बैठे हैं, जे असी मालक दे दर ते सवाल करके पुछ लिए, बेनती करके पातशाह भी तुहाडी सिफत तुहाडी वडियाई करिए, की मिलेगा, की प्राप्त होएगा। जिन्ने भी गुरमत समागम हुंदे ने, असी संध्या वेले जुड़दे हां, कीर्तन विच जुड़दे हां, शब्द दी विचार विच जुड़दे हां, बाणी दा पाठ सुणदे हां, करदे हां, नाम जपदे हां। ये सारे मालक दी वडियाई करन वांग ने। असी इन्हां कर्मां दे जरिए परमात्मा दी सिफत कर रहे हां, ओदी सिफत सुण रहे हां। हुण जे साडे मन विच आए भी ओदी सिफत करन नाल की होएगा, हजूर ने इहदा उत्तर बाणी विच दिता है। सतगुरु जी दा पावन बचन आउंदा है, हजूर ने उत्थे उदाहरणां दित्तियां 3। सच्चे पातशाह कहन लगे भी कैहां दा भांडा होवे किते टुट जाए, सियाणा मनुख आखदा भी इनू लोहार को लै चलदे आ, टांका ला देगा, इनू गंढ देगा, जिथों टुटा है वो लै जांदा है लाहौर। ओदे को लै गया, ओने अग बाली ते अग बाल के उस टुटे हुए भांडे, कैहां दा भांडा सी, ओनू गंढ दिता, वो वरतों विच आ गया। किसी औरत दा सवाणी ने
ਆਪਣੇ ਤਨ ਤੇ ਸ਼ਿੰਗਾਰ ਕੀਤਾ, ਗਹਿਣੇ ਪਾਏ ਨੇ, ਸੋਨੇ ਦੇ ਆਭੂਖਣ ਨੇ। ਕਿਤੇ ਮੰਨ ਲਓ ਸੋਨੇ ਦਾ ਕੋਈ ਗਹਿਣਾ ਹੈ, ਕਿਤੇ ਉਹ ਟੁੱਟ ਜਾਏ, ਅਸੀਂ ਉਹਨੂੰ ਘਰੋਂ ਬਾਹਰ ਤੇ ਨਹੀਂ ਸੁੱਟ ਦਿੰਦੇ। ਕੱਚ ਟੁੱਟਦਾ ਉਹਨੂੰ ਅਸੀਂ ਬਾਹਰ ਸੁੱਟ ਦਿੰਦੇ ਆ, ਭਾਂਡੇ ਨੂੰ, ਗਲਾਸ ਟੁੱਟਦਾ ਕੱਚ ਦਾ, ਗੁਲਦਾਨ ਟੁੱਟਦਾ ਉਹਨੂੰ ਬਾਹਰ ਸੁੱਟ ਦਿੰਦੇ ਆ। ਪਰ ਸੋਨੇ ਦਾ ਗਹਿਣਾ ਟੁੱਟੇ ਉਹਨੂੰ ਕਦੀ ਨਹੀਂ ਘਰੋਂ ਬਾਹਰ ਸੁੱਟਦੇ, ਅਸੀਂ ਉਹਨੂੰ ਸੁਨਿਆਰੇ ਕੋਲ ਲੈ ਕੇ ਜਾਂਦੇ ਆ। ਉਹਨੂੰ ਆਖਦੇ ਆ ਵੀ ਭੋਲਿਆ ਟੁੱਟ ਗਿਆ ਤੇ ਇਹਦਾ ਕੁਝ ਹੋ ਸਕਦਾ? ਉਹ ਆਖਦੇ ਹਾਂ ਮੈਂ ਅੱਗ ਬਾਲ ਕੇ ਇਹਨੂੰ ਗੰਢ ਦਿੰਦਾ ਵਾ, ਮੈਂ ਜੋੜ ਦਿੰਦਾ ਵਾ ਇਹਨੂੰ, ਤੁਹਾਡੀ ਵਰਤੋਂ ਵਿੱਚ ਆ ਜਾਏਗਾ। ਲੋਹੇ ਦਾ ਭਾਂਡਾ ਹੋਵੇ, ਕੈਹਾਂ ਦਾ ਭਾਂਡਾ ਹੋਵੇ, ਸੋਨੇ ਦਾ ਗਹਿਣਾ ਹੋਵੇ, ਇਹ ਟੁੱਟ ਜਾਣ, ਇਹਨਾਂ ਨੂੰ ਦੁਬਾਰਾ ਜੋੜਿਆ ਜਾਂਦਾ ਹੈ। ਲੋਹਾਰ ਅੱਗ ਬਾਲ ਕੇ ਜੋੜ ਦਿੰਦਾ ਹੈ। ਹਜ਼ੂਰ ਕਹਿਣ ਲੱਗੇ ਇਸੇ ਤਰ੍ਹਾਂ ਇੱਕ ਔਰਤ ਤੇ ਉਹਦਾ ਪਤੀ, ਪਤੀ ਪਤਨੀ ਦੋਵਾਂ ਦਾ ਰਿਸ਼ਤਾ ਹੈ। ਦੋਵਾਂ ਵਿੱਚ ਕਿਤੇ ਰੱਬ ਨਾ ਕਰੇ ਅਣਬਣ ਹੋ ਜਾਏ, ਦੋਵਾਂ ਦੀ ਆਪਸ ਵਿੱਚ ਨਾ ਬਣੇ, ਰਿਸ਼ਤਾ ਪਿਆਰ ਦਾ ਹੈ, ਕਿਤੇ ਦੋਵਾਂ ਵਿੱਚ ਨਾ ਬਣੇ, ਲੜਦੇ ਰਹਿਣ ਹਮੇਸ਼ਾ ਇੱਕ ਦੂਜੇ ਨਾਲ ਛੋਟੀ ਛੋਟੀ ਗੱਲ ਤੇ, ਕਿਤੇ ਇਹ ਨੌਬਤ ਆ ਜਾਏ ਵੀ ਉਹਨਾਂ ਦਾ ਰਿਸ਼ਤਾ ਟੁੱਟਣ ਦੀ ਕਗਾਰ ਤੇ ਪਹੁੰਚ ਜਾਏ, ਪਤੀ ਪਤਨੀ ਦਾ। ਉਹਨਾਂ ਦੇ ਟੁੱਟਦੇ ਹੋਏ ਰਿਸ਼ਤੇ ਨੂੰ ਜੇ ਕੋਈ ਜੋੜ ਸਕਦਾ ਹੈ, ਉਹ ਜੋੜਦਾ ਉਹਨਾਂ ਦੀ ਸੰਤਾਨ, ਉਹਨਾਂ ਦਾ ਪੁੱਤਰ। ਉਹ ਆਪਣੇ ਮਾਂ ਪਿਓ ਦੇ ਟੁੱਟਦੇ ਹੋਏ ਰਿਸ਼ਤੇ ਨੂੰ ਦੁਬਾਰਾ ਜੋੜ ਦਿੰਦਾ ਹੈ, ਗੰਢ ਪਾ ਦਿੰਦਾ ਹੈ। ਹਜ਼ੂਰ ਨੇ ਸ਼ਬਦ ਬਾਣੀ ਵਿੱਚ ਆਖਿਆ, ਕਹਿਣ ਲੱਗੇ ਕੈਹਾ ਕੰਚਨ, ਕੰਚਨ ਦਾ ਅਰਥ ਹੁੰਦਾ ਸੋਨਾ। ਕੈਹਾਂ ਤੋਂ ਮਤਲਬ ਕੈਹਾਂ ਦਾ ਭਾਂਡਾ, ਜੋ ਪੁਰਾਣੇ ਸਮੇਂ ਵਿੱਚ ਕੈਹੇ ਦੇ ਭਾਂਡੇ ਬੜੇ ਵਰਤੋਂ ਵਿੱਚ ਆਉਂਦੇ ਸਨ ਪਿੰਡਾਂ ਵਿੱਚ। ਕੈਹਾ ਕੰਚਨ ਟੁੱਟੈ ਸਾਰ, ਸਾਰ ਦਾ ਅਰਥ ਹੈ ਲੋਹਾ। ਲੋਹੇ ਦਾ ਕੋਈ ਬਰਤਨ ਹੋਵੇ, ਕੈਹਾਂ ਦਾ ਕੋਈ ਭਾਂਡਾ ਹੋਵੇ, ਸੋਨੇ ਦਾ ਕੋਈ ਆਭੂਖਣ ਹੋਏ ਜਾਂ ਕੋਈ ਬਰਤਨ ਹੋਏ, ਇਹ ਟੁੱਟਦੇ ਨੇ, ਇਹਨਾਂ ਨੂੰ ਦੁਬਾਰਾ ਜੋੜ ਦਿੱਤਾ ਜਾਂਦਾ ਹੈ ਅੱਗ ਬਾਲ ਕੇ। ਕੈਹਾ ਕੰਚਨ ਟੁੱਟੇ ਸਾਰ, ਅਗਨੀ ਗੰਢ ਪਾਏ ਲੋਹਾਰ, ਗੋਰੀ ਸੇਤੀ ਟੁੱਟੇ ਪਤਾਰ। ਇੱਥੇ ਗੋਰੀ ਦਾ ਅਰਥ ਹੈ ਪਤਨੀ, ਪਤਾਰ ਦਾ ਅਰਥ ਹੈ ਪਤੀ। ਗੋਰੀ ਸੇਤੀ ਟੁੱਟੇ ਪਤਾਰ, ਪੁੱਤੀ ਗੰਢ ਪਵੈ ਸੰਸਾਰ। ਤੇ ਆਖਦੇ ਨੇ ਜਿਹੜਾ ਆਮ ਕਰਕੇ ਅਸੀਂ ਸ਼ਬਦ ਪੜ੍ਹਦੇ ਹਾਂ ਜਦੋਂ ਕੋਈ ਕਿਸੇ ਘਰ ਵਿੱਚ ਬੱਚਾ ਜਨਮ ਲੈਂਦਾ ਹੈ, ਪਤੀ ਅਤੇ ਪਤਨੀ ਦੇ ਟੁੱਟ ਰਹੇ ਰਿਸ਼ਤੇ ਨੂੰ ਪੁੱਤਰ ਸੰਸਾਰ ਵਿੱਚ ਦੁਬਾਰਾ ਜੋੜ ਦਿੰਦਾ ਹੈ, ਗੰਢ ਪਾ ਦਿੰਦਾ ਹੈ। ਗੋਰੀ ਸੇਤੀ ਟੁੱਟੇ ਪਤਾਰ, ਪੁੱਤੀ ਗੰਢ ਪਵੈ ਸੰਸਾਰ। ਤੇ ਹਜ਼ੂਰ ਕਹਿਣ ਲੱਗੇ ਜੇ ਮਾਲਕ ਦੀ ਸਿਫਤ ਕਰੀਏ, ਮਾਲਕ ਦੇ ਗੁਣ ਗਾਈਏ, ਕੀ ਮਿਲਦਾ ਹੈ? ਤੇ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਜਿਹੜੀ ਤੇਰੀ ਲਿਵ ਮਾਲਕ ਦੇ ਨਾਲੋਂ, ਵਾਹਿਗੁਰੂ ਦੇ ਨਾਲੋਂ ਟੁੱਟਦੀ ਜਾ ਰਹੀ ਹੈ ਨਾ, ਦਿਨ ਬਾ ਦਿਨ ਜਿਉਂ-ਜਿਉਂ ਗੁਰੂ ਦੀ ਗੋਦ ਵਿੱਚ ਬੈਠ ਕੇ ਉਹਦੇ ਗੁਣ ਗਾਏਗਾ, ਮਾਲਕ ਦੀ ਸਿਫਤ ਕਰੇਗਾ, ਵਡਿਆਈ ਕਰੇਗਾ, ਕਹਿਣ ਲੱਗੇ ਸੱਚ ਜਾਣੀ ਉਹਦੀ ਸਿਫਤ, ਉਹਦੀ ਵਡਿਆਈ ਕਰ। ਗੁਰੂ ਰਹਿਮਤ ਇਹ ਕਰੇਗਾ ਤੇਰੀ ਟੁੱਟਦੀ ਹੋਈ ਲਿਵ ਨੂੰ ਮਾਲਕ ਦੁਬਾਰਾ ਜੋੜ ਕੇ ਤੈਨੂੰ ਰੱਬ ਦੇ ਘਰ ਵਿੱਚ ਥਾਂ ਦਵਾ ਦੇ। ਬਚਨ ਹੈ ਪਾਤਸ਼ਾਹ ਜੀ ਦਾ। ਕਹਿਣ ਲੱਗੇ ਤੇਰੀ ਦੁਬਾਰਾ ਗੰਢ ਪੈ ਜਾਏਗੀ ਰੱਬ ਦੀ ਦਰਗਾਹ ਵਿੱਚ ਜੇ ਤੂੰ ਸਿਫਤ ਕਰੇ, ਵਡਿਆਈ ਕਰੇ। ਹਜ਼ੂਰ ਦਾ ਸਾਰਾ ਸ਼ਬਦ ਹੈ ਜੀ ਇਹ। ਪਾਤਸ਼ਾਹ ਕਹਿਣ ਲੱਗੇ ਕੈਹਾ ਕੰਚਨ ਟੁੱਟੈ ਸਾਰ, ਅਗਨੀ ਗੰਢ ਪਾਏ ਲੋਹਾਰ, ਗੋਰੀ ਸੇਤੀ ਟੁੱਟੈ ਪਤਾਰ, ਪੁੱਤੀ ਗੰਢ ਪਵੈ ਸੰਸਾਰ।
ਤੇ ਕਹਿ ਦਿੱਤਾ ਅਖੀਰ ਚ ਨਾਨਕ ਆਖੈ ਇਹੋ ਵਿਚਾਰ, ਸਿਫਤੀ ਗੰਢ ਪਵੈ ਦਰਬਾਰ। ਸਿਫਤ ਮਾਲਕ ਦੀ, ਉਹਦੀ ਵਡਿਆਈ ਕਰ ਤੂੰ, ਪਰਮਾਤਮਾ ਦੀ ਕੀਤੀ ਵਡਿਆਈ, ਜਪਿਆ ਹੋਇਆ ਨਾਮ, ਕੀਤੀ ਹੋਈ ਸ਼ੋਭਾ, ਕੀਤੀ ਹੋਈ ਸਲਾਹਣਾ, ਤੇਰੀ ਟੁੱਟਦੀ ਹੋਈ ਲਿਵ ਨੂੰ ਦੁਬਾਰਾ ਪਰਮਾਤਮਾ ਨਾਲ ਜੋੜ ਦੇਗੀ। ਅਸੀਂ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਜਿਸਨੋ ਬਖਸ਼ੇ ਸਿਫਤ ਸਲਾਹਾ, ਨਾਨਕ ਪਾਤਸ਼ਾਹੀ ਪਾਤਸ਼ਾਹਾ। ਜਿਹੜਾ ਮਾਲਕ ਦੀ ਸਿਫਤ ਕਰਦਾ, ਉਹਦੀ ਵਡਿਆਈ ਕਰਦਾ, ਮੇਰਾ ਪਰਮਾਤਮਾ ਉਸ ਮਨੁੱਖ ਨੂੰ ਪਾਤਸ਼ਾਹੀਆਂ ਦੇਣ ਲੱਗਿਆਂ ਦੇਰੀ ਨਹੀਂ ਲਾਉਂਦਾ। ਗੱਲ ਸਿਫਤ ਦੀ ਹੈ, ਗੱਲ ਵਡਿਆਈ ਦੀ ਉਹਦੀ। ਕਿਉਂਕਿ ਅੱਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਸਲਾਹ ਉਹ ਸੱਚ, ਸਭ ਉਪਰ ਹਰ ਧਣੀ। ਉਸ ਮਾਲਕ ਦੀ, ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਸਲਾਹਨਾ ਕਰ, ਉਹਦੀ ਸਿਫਤ ਦੇ ਗੀਤ ਗਾ, ਜਿਸ ਤੋਂ ਵੱਡਾ ਇਸ ਦੁਨੀਆ ਵਿੱਚ ਹੋਰ ਕੋਈ ਨਹੀਂ। ਸੱਚੇ ਪਾਤਸ਼ਾਹ ਅੱਗੇ ਆਖਦੇ ਨੇ ਜਿਸ ਨਾਹੀ ਕੋਏ ਸ਼ਰੀਕ, ਕਿਸ ਲੇਖੈ ਹਉ ਗਨੀ। ਮੈਂ ਕਿੰਨੇ ਕੁ ਗੁਣ ਗਾਵਾਂ ਉਹਦੇ, ਕਿੰਨੀ ਕੁ ਵਡਿਆਈ ਕਰਾਂ, ਉਹਦਾ ਲੇਖਾ ਹੀ ਨਹੀਂ ਹੋ ਸਕਦਾ। ਉਹਦੇ ਗੁਣ ਗਿਣਤੀ ਵਿੱਚ ਨਹੀਂ ਆਉਂਦੇ, ਲੇਖੇ ਵਿੱਚ ਨਹੀਂ ਆਉਂਦੇ। ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਪਰਮਾਤਮਾ ਨੇ ਜਿੰਨਾ ਕੁਝ ਬਣਾਇਆ ਹੈ ਨਾ, ਜਿੰਨਾ ਕੁਝ, ਸਾਰੀ ਕੁਦਰਤ, ਸਾਰੀ ਖਲਕਤ, ਸਾਰਾ ਬ੍ਰਹਿਮੰਡ, ਇਹ ਸਭ ਕੁਝ ਲੇਖੇ ਵਿੱਚ ਹੈ। ਸਭ ਕੁਝ ਲੇਖੇ ਵਿੱਚ ਹੈ, ਰੱਬ ਦੀ ਗਿਣਤੀ ਵਿੱਚ ਹੈ ਸਭ ਕੁਝ। ਤੇ ਜੇ ਕੋਈ ਗਿਣਤੀ ਤੋਂ ਬਾਹਰ ਹੈ, ਉਹ ਪਰਮਾਤਮਾ ਹੈ, ਉਹ ਵਾਹਿਗੁਰੂ ਹੈ। ਜੋ ਗਿਣਤੀ ਵਿੱਚ ਨਹੀਂ ਆਉਂਦਾ, ਹਿਸਾਬ ਕਿਤਾਬ ਵਿੱਚ ਨਹੀਂ ਆਉਂਦਾ, ਉਹ ਤੇ ਇਹਨੂੰ ਬਣਾਉਣ ਵਾਲਾ ਹੈ। ਸਗੋਂ ਪਰਮਾਤਮਾ ਮਨੁੱਖ ਦਾ ਲੇਖਾ ਜੋਖਾ ਰੱਖਦਾ ਹੈ ਵੀ ਜੋ ਕੁਝ ਤੂੰ ਕੀਤਾ ਮੈਂ ਹਿਸਾਬ ਰੱਖੀ ਜਾਨਾ ਵਾ, ਚੰਗਾ ਕੀਤਾ ਕਿ ਮਾੜਾ ਕੀਤਾ। ਪਰ ਰੱਬ ਲੇਖੇ ਵਿੱਚ ਨਹੀਂ ਆਉਂਦਾ, ਉਹ ਤੇ ਲੇਖੇ ਸਾਡੇ ਮਿਟਾਉਣ ਵਾਲਾ ਹੈ। ਹਜ਼ੂਰ ਕਹਿਣ ਲੱਗੇ ਜਿਸ ਨਾਹੀ ਕੋਈ ਸ਼ਰੀਕ, ਕਿਸ ਲੇਖੇ ਹੋਂਗਨੀ। ਕੀ ਉਹਦਾ ਲੇਖਾ ਕਰਾਂ, ਕਿੰਨੇ ਕੁ ਗੁਣ ਉਹਦੇ ਗਾਵਾਂ, ਕੋਈ ਹਿਸਾਬ ਕਿਤਾਬ ਹੀ ਨਹੀਂ। ਹੁਣ ਇੰਨਾ ਵੱਡਾ ਪਰਮਾਤਮਾ ਹੈ, ਜਿਹਦੀ ਸਿਫਤ ਕਰਨੀ ਹੈ, ਜਿਹਦੀ ਵਡਿਆਈ ਦੇ ਅੱਜ ਅਸੀਂ ਗੁਣ ਗਾਉਣੇ ਨੇ। ਸਾਧ ਸੰਗਤ, ਸੱਚੇ ਪਾਤਸ਼ਾਹ ਕਹਿਣ ਲੱਗੇ ਸਿਫਤ ਕਰੋ ਦੀ, ਜਿਹਦਾ ਹੁਕਮ ਸਾਰੇ ਪਾਸੇ ਪਿਆ ਚੱਲਦਾ। ਸਭ ਆਏ ਹੁਕਮ ਖਸਮਾਹੋ, ਉਹ ਖਸਮ ਹੈ ਸਾਡਾ। ਉਹਦੇ ਹੁਕਮ ਵਿੱਚ ਸਾਰੀ ਖਲਕਤ ਬਣੀ ਹੈ, ਉਹਦੇ ਹੁਕਮ ਵਿੱਚ ਸਭ ਕੁਝ ਹੋਇਆ। ਅਸੀਂ ਵੀ ਉਹਦੇ ਹੁਕਮ ਵਿੱਚ ਆਏ ਆ, ਉਹਦੇ ਹੁਕਮ ਵਿੱਚ ਹੀ ਚਲੇ ਜਾਣਾ। ਹਜ਼ੂਰ ਬਚਨ ਕਰਦੇ ਨੇ ਨਾ ਵੀ ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ, ਸਦਨ ਹਾਰਾ ਸਿਮਰਿਐ, ਨਾਨਕ ਸੇ ਦੇਹ ਆਵਨ। ਸਦੜਾ ਉਹਦਾ ਹੁਕਮ ਸੁਨੇਹਾ, ਜਦੋਂ ਉਹਦਾ ਹੁਕਮ ਆ ਗਿਆ ਹਰ ਇੱਕ ਨੇ ਤੁਰਦੇ ਬਣਨੇ। ਹੁਣ ਜਿਹਦਾ ਹੁਕਮ ਇੰਨਾ ਅਟਲ ਹੈ ਕਿ ਜਿਹਦਾ ਇੱਕ ਵਾਰ ਉਹਦਾ ਹੁਕਮ ਆ ਜਾਏ, ਬੰਦਾ ਤਰਲੇ ਕਰੇ, ਮਿੰਨਤਾਂ ਕਰੇ, ਫਿਰ ਨਹੀਂ ਇੱਥੇ ਰਹਿੰਦਾ, ਇਹਨੂੰ ਜਾਣਾ ਹੀ ਪੈਂਦਾ ਹੈ ਜਦੋਂ ਉਹਦਾ ਹੁਕਮ ਆ ਜਾਏ। ਕਿਉਂਕਿ ਉਹਦਾ ਹੁਕਮ ਮਿਟਦਾ ਨਹੀਂ। ਸਾਨੂੰ ਕੋਈ ਆਮ ਦੁਨਿਆਵੀ ਬੰਦਾ ਹੁਕਮ ਕਰੇ, ਅਸੀਂ ਉਹਦਾ ਹੁਕਮ ਟਾਲ ਸਕਦੇ ਹਾਂ। ਅਸੀਂ ਕਹਿ ਸਕਦੇ ਹਾਂ ਵੀ ਅਸੀਂ ਨਹੀਂ ਮੰਨਣਾ, ਧੱਕਾ ਕਰ ਸਕਦੇ ਹਾਂ, ਪਰ ਰੱਬ ਨਾਲ ਧੱਕਾ ਨਹੀਂ ਹੋ ਸਕਦਾ। ਉਹਦਾ ਹੁਕਮ ਤੇ ਮੰਨਣਾ ਹੀ ਪਏਗਾ, ਭਾਵੇਂ ਤੂੰ ਹੱਸ ਕੇ ਮੰਨ ਲੈ, ਭਾਵੇਂ ਤੂੰ ਰੋ ਕੇ ਮੰਨ ਲੈ, ਮੰਨਣਾ ਤੇ ਪੈਣਾ ਹੈ। ਮੰਨਣ ਤੋਂ ਬਿਨਾਂ ਗੁਜ਼ਾਰਾ ਨਹੀਂ ਹੋਣਾ। ਉਹਨੇ ਆਪਣੇ ਹੁਕਮ ਵਿੱਚ ਤੈਨੂੰ ਦੁਨੀਆ ਤੇ ਘੱਲਿਆ, ਤੇ ਜਦੋਂ ਉਹਦਾ ਹੁਕਮ ਆ ਗਿਆ ਤੈਨੂੰ ਇਸ ਦੁਨੀਆ ਤੋਂ ਜਾਣਾ ਹੀ ਪੈਣਾ।
हजूर आखदे जेहा चिरी लिखिया तेहा हुक्म कमाहे, कल्ले आभे नानका सदे उठी जाहे। ओदे हुक्म ते आए आ, जदों ओदा हुक्म आ गया, सुनेहा आ गया, ओदे हुक्म ते ही बंदा दुनिया तो चल बनदा है। हुक्म विच सब कुछ है। असी अमृत बाणी रोज पढ़ते, कल्ली जपजी साहब की बाणी ही मनुख रोज पढ़े ते विचारे ना, इकल्ली जपजी साहब विचों ही बड़ा कुछ मिलता है। जपजी साहब जी की बाणी विच हजूर ने बचन किया है, हुक्मी होवन आकार, हुक्म ना कहया जाई, हुक्मी होवन जी, हुक्म मिलै वडियाई। ओदे हुक्म नाल सब कुछ बनिया, जिन्ना कुछ असी वेखदे, सारा आकार, सारा ब्रह्मंड, ओदे हुक्म विच जीव पैदा होए ने, ओदे हुक्म विच ही कईयां नूं वडियाई पई मिलदी है। हुक्मी होवन जी ते हजूर आखदे ने, एक मैं गल तेनू कह देनी चाहुंदा वां, जदों सब कुछ ओदे हुक्म विच हो रहा है, दुनिया ते कई बड़े उत्तम ने, कई नीवें ने, वो भी ओदे हुक्म विच है। उन्हें एक बैलेंस रखे है। उस परमात्मा ने दुनिया दा बैलेंस इस ढंग नाल बना के रखे है ना कि बा कमाल कीती उस मालक ने। उतो बलिहारे जाइए, उतो हर चीज अपनी थां ते टिकाई उन्हें, सब कुछ ओदे हुक्म विच तुरदा है, सब कुछ। हुक्मी होवन जी, हुक्म मिलै वडियाई, हुक्मी उत्तम नीच, हुक्म लिख दुख सुख पाइए, एक ना हुक्मी बख्शीस, एक हुक्मी सदा पवाई है। ते आखिर विच कह दिता, हुक्म है अंदर सब को, बाहर हुक्म ना कोई। जदों सब कुछ ओदे हुक्म विच है, धरती आकाश पवन अगन, पर एक जे ओदे हुक्म विच नहीं ना, वो बंदा ही ओदे हुक्म विच नहीं, बाकी सब कुछ ओदे हुक्म विच है। तुसी तारे देखदे हो रात नूं आकाश विच, चंद्रमा तकदे आ, सूरज तकदे आ, ये रुके हुए नहीं, चल रहे ने, गतिमान ने, गतिशील ने, चलदे ने। रब दे हुक्म, जिथे रब ने इन्हां नूं टिकाया है, जेड़ा इन्हां दा रस्ता अख्तियार कीता है ना रब ने, भी तू इस रस्ते विच तुरना है। सूरज अपने दिते हुए रस्ते ते तुर रहा है, चंद्रमा अपने रस्ते ते। वो साडे वांग नहीं भी जो गुरु ने दसिया उतों कुराहे हो गए, वो गुरु दे रब दे हुक्म विच इस तरह पे चलते ने। जे किते वो भी थोड़ा जिहा हुक्म ना मनन, वो भी अपने रस्ते तो थोड़े जे आसे पासे हो जाना, सच जानियो फिर इत्थे दुनिया ते कुछ ना बचे। सारे ग्रह जिन्ने ग्रह ने, कोई किसी का चक्कर कटदा पिया, कोई किसी का कटदा पिया। सानू कुछ ग्रह दी पता लगे भी इन्ने को ग्रह ने जो चक्कर कट रहे ने एक दूजे का, पता नहीं किन्ने को होणगे। हुण उन्हां दी इक नीयत तैयार कीती है भी तुसी इस रस्ते तो तुरना है। हुण जे वो सारे आसे पासे हो जान, फिर ते विस्फोट होई जान, इत्थे फिर ते कख ना बचे। हजूर कहन लगे पर मनुख, जिवें पातशाह ने बचन किए था, दिन रब चले निस सस चले, तारका लख पलोए। लखा तारे ने, गिनती नहीं, वो भी गतिशील ने, पर आपस में भी टकराउंदे नहीं। सूरज भी चलता पिया, चंद्रमा भी तुरदा पिया। हजूर कहन लगे सब कुछ रब दे हुक्म विच है।
ਹੁਕਮ ਨੂੰ ਮੰਨਦੇ ਹੋਏ ਜਿੱਥੇ ਉਹਨੇ ਟਿਕਾਇਆ ਉੱਥੇ ਤੁਰੀ ਜਾਂਦੇ ਨੇ। ਬਸ ਬੰਦਾ ਹੀ ਉਹਦਾ ਹੁਕਮ ਨਹੀਂ ਮੰਨਦਾ। ਇਹ ਆਖਦਾ ਨਾ ਬਈ ਮੈਂ ਤੇ ਮਨ ਦੇ ਪਿੱਛੇ ਤੁਰਾਂਗਾ। ਇਹਨੂੰ ਆਪਣਾ ਸਵਾਰਥ ਨਜ਼ਰ ਆਉਂਦਾ ਹੈ। ਗੁਰੂ ਆਖਦਾ ਨਾਮ ਜਪ ਬੰਦਗੀ ਕਰ, ਆਖਦਾ ਨਹੀਂ। ਗੁਰੂ ਜੇ ਕਹਿ ਦੇ ਵੀ ਲੰਗਰ ਵਿੱਚ ਆ ਕੁਝ ਬਣਿਆ ਜਾ ਕੇ ਛਕ ਲੈ, ਇਹ ਮਿੰਟ ਨਹੀਂ ਲਾਏਗਾ, ਤੁਰ ਪਏਗਾ ਉਦੋਂ ਹੀ। ਮਨ ਉੱਥੇ ਮੰਨਦਾ ਹੈ ਨਾ। ਮਨ ਜੇ ਜ਼ੁਬਾਨ ਦੇ ਰਸਾਂ ਵਿੱਚ ਉਲਝਿਆ ਪਿਆ ਹੈ, ਇਹਨੂੰ ਉਹੀ ਚੰਗਾ ਲੱਗਦਾ ਹੈ। ਪਰ ਐਸਾ ਸੇਵਕ ਪ੍ਰਵਾਨ ਨਹੀਂ ਜਿਹੜਾ ਆਪਣੇ ਸਵਾਰਥ ਲਈ ਹੁਕਮ ਮੰਨਦਾ ਫਿਰੇ ਤੇ ਜਿਹੜਾ ਹੁਕਮ ਨਾ ਚੰਗਾ ਲੱਗੇ ਕਹਿ ਦੇ ਵੀ ਮੈਂ ਨਹੀਂ ਮੰਨਣਾ। ਉਹ ਸਿੱਖ ਨਹੀਂ ਹੁੰਦਾ, ਮੁਰੀਦ ਨਹੀਂ ਹੁੰਦਾ। ਮੁਰੀਦ, ਸਿੱਖ, ਸੇਵਕ, ਗੁਲਾਮ ਉਹ ਹੁੰਦਾ ਜੋ ਗੁਰੂ ਕਹਿ ਦਵੇ ਸਤ ਬਚਨ। ਗੁਰੂ ਕੁਝ ਵੀ ਕਹਿ ਸਕਦਾ ਹੈ। ਜਿਨ੍ਹਾਂ ਨੇ ਹੁਕਮ ਮੰਨਿਆ, ਜਿਨ੍ਹਾਂ ਨੇ ਇਹ ਨਹੀਂ ਆਖਿਆ ਵੀ ਪਾਤਸ਼ਾਹ ਤੇ ਗਲਤ ਏ, ਉਹਨਾਂ ਨੇ ਆਪਣੀ ਸਿਆਣਪ, ਆਪਣੀ ਬੁੱਧੀ, ਆਪਣੀ ਚਤੁਰਾਈ ਨਹੀਂ ਵਰਤੀ। ਕਿਉਂਕਿ ਸਿੱਖ ਹੁੰਦਾ ਹੀ ਮੁਰੀਦ ਦੀ ਤਰ੍ਹਾਂ ਹੈ, ਗੁਲਾਮ ਦੀ ਤਰ੍ਹਾਂ ਹੈ। ਗੁਲਾਮ ਦਾ ਆਪਣਾ ਹੁਕਮ ਨਹੀਂ ਕੋਈ ਚੱਲਦਾ। ਜਿਵੇਂ ਉਹਦਾ ਮਾਲਕ ਕਹਿ ਦਿੰਦਾ ਹੈ, ਉਹਨੂੰ ਕਿਸੇ ਵੀ ਹਾਲਤ ਵਿੱਚ ਆਪਣੇ ਮਾਲਕ ਦਾ ਹੁਕਮ ਮੰਨਣਾ ਹੀ ਪੈਂਦਾ ਹੈ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਭਾਈ ਲਹਿਣੇ ਤੋਂ ਗੁਰੂ ਅੰਗਦ ਦੇ ਉੱਚੀ ਥਾਂ ਤੇ ਪਹੁੰਚੇ ਨੇ। ਕਿਵੇਂ ਪਹੁੰਚੇ ਨੇ? ਮੈਂ ਘਟਨਾ ਦਾ ਜ਼ਿਕਰ ਕਰਨਾ ਹੈ। ਭਾਈ ਲਹਿਣਾ ਜੀ ਸਤਿਗੁਰ ਦੀ ਸੇਵਾ ਕਰਦੇ ਨੇ। ਇੱਕ ਦਿਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਧਾਨਕ ਦਾ ਰੂਪ ਧਾਰਨ ਕੀਤਾ, ਬੜਾ ਭਿਆਨਕ ਰੂਪ। ਹੱਥ ਵਿੱਚ ਡਾਂਗ ਫੜ ਲਈ, ਸੱਚੇ ਪਾਤਸ਼ਾਹ ਤੁਰ ਪਏ ਸ਼ਮਸ਼ਾਨ ਘਾਟ ਵੱਲ। ਪਿੱਛੇ ਸਿੱਖ ਵੀ ਹੋ ਤੁਰੇ। ਸਤਿਗੁਰ ਨੇ ਕੀ ਕੀਤਾ? ਤੁਰੇ ਜਾਂਦੇ ਨੇ, ਵਰਖਾ ਕੀਤੀ ਸੋਨੇ ਦੀਆਂ ਮੋਹਰਾਂ ਦੀ। ਕਈ ਸੋਨੇ ਦੀਆਂ ਮੋਹਰਾਂ ਲੈ ਕੇ ਪਿੱਛੇ ਮੁੜ ਗਏ। ਵਰਖਾ ਹੋਈ ਹੀਰੇ ਮੋਤੀਆਂ ਦੀ, ਕਈਆਂ ਨੇ ਉਹ ਚੁੱਕ ਕੇ ਪਿੱਛੇ ਮੁੜ ਗਏ। ਕੁਝ ਕੁ ਰਹਿ ਗਏ ਨਾਲ, ਤੁਰੀ ਜਾਂਦੇ ਨੇ। ਹਜ਼ੂਰ ਨੇ ਪਿੱਛੇ ਆਖਿਆ ਵੀ ਸਾਰੇ ਵਾਪਸ ਮੁੜ ਜਾਓ, ਮੇਰੇ ਪਿੱਛੇ ਨਹੀਂ ਆਉਣਾ ਕਿਸੇ ਨੇ। ਕੁਝ ਉਹ ਵੀ ਮੁੜ ਗਏ। ਬਾਬਾ ਬੁੱਢਾ ਸਾਹਿਬ ਜੀ ਨਾਲ ਭਾਈ ਲਹਿਣਾ ਜੀ, ਕੁਝ ਹੋਰ ਸਿੱਖ। ਹਜ਼ੂਰ ਨੇ ਉਹਨਾਂ ਨੂੰ ਵੀ ਆਖਿਆ ਵੀ ਤੁਸੀਂ ਕਿਉਂ ਪਿੱਛੇ ਮੁੜ ਜਾਓ। ਜਿਹੜੇ ਨਹੀਂ ਮੰਨੇ ਹਜ਼ੂਰ ਨੇ ਡਾਂਗ ਫੜ ਲਈ। ਜਦੋਂ ਡਾਂਗ ਲੈ ਕੇ ਪਿੱਛੇ ਤੁਰੇ ਨਾ, ਸਾਰੇ ਭੱਜ ਉੱਠੇ, ਸਾਰੇ ਵਾਪਸ ਆ ਗਏ। ਹੁਣ ਨਾਲ ਇੱਕ ਹੈ ਬਸ, ਭਾਈ ਲਹਿਣਾ, ਉਹ ਨਾਲ ਨਾ ਤੁਰਿਆ ਹੁੰਦਾ ਹੈ। ਹਜ਼ੂਰ ਨੇ ਆਖਿਆ ਲੈਣਿਆ ਤੂੰ ਨਹੀਂ ਗਿਆ ਬਈ ਵਾਪਸ, ਤੈਨੂੰ ਨਹੀਂ ਸੁਣੀ ਗੱਲ ਮੇਰੀ। ਭਾਈ ਲਹਿਣਾ ਜੀ ਨੇ ਜਵਾਬ ਦਿੱਤਾ, ਕਹਿਣ ਲੱਗੇ ਮਾਲਕਾ ਉਹ ਵਾਪਸ ਚਲੇ ਗਏ ਨੇ ਜਿਨ੍ਹਾਂ ਦੇ ਘਰ ਹੋਣਗੇ, ਆਪਣੇ ਘਰਾਂ ਨੂੰ ਚਲੇ ਗਏ। ਮੇਰਾ ਤੇ ਘਰ ਹੀ ਨਾਨਕ ਹੈ, ਮੈਂ ਕਿੱਥੇ ਜਾਵਾਂ? ਮੇਰਾ ਤੇ ਘਰ ਹੀ ਨਾਨਕ ਹੈ, ਤੁਸੀਂ ਮੇਰਾ ਘਰ ਹੋ, ਮੈਂ ਜਾਵਾਂ ਕਿੱਥੇ? ਹਜ਼ੂਰ ਕਹਿਣ ਲੱਗੇ ਅੱਛਾ। ਕਹਿਣ ਲੱਗੇ ਚੱਲ ਆ ਫਿਰ। ਹਜ਼ੂਰ ਗਏ ਸ਼ਮਸ਼ਾਨ ਭੂਮੀ ਵਿੱਚ। ਉੱਥੇ ਇੱਕ ਮੁਰਦਾ ਪਿਆ, ਉੱਤੇ ਚਾਦਰ ਨਾਲ ਢੱਕਿਆ ਹੋਇਆ ਹੈ। ਹਜ਼ੂਰ ਕਹਿਣ ਲੱਗੇ ਇਸ ਕਫਨ ਨੂੰ ਪਾਸੇ ਕਰ, ਤੂੰ ਵੱਡਾ ਬਣਿਆ ਫਿਰਦਾ ਨਾ ਹੁਕਮ ਮੰਨਣ ਵਾਲਾ। ਕਹਿਣ ਲੱਗੇ ਇਸ ਮੁਰਦੇ ਨੂੰ ਖਾ ਫਿਰ। ਹੁਣ ਉੱਥੇ ਭਾਈ ਲਹਿਣਾ ਜੀ ਸਾਡੇ ਵਰਗੇ ਹੁੰਦੇ ਸਿਆਣੇ, ਕਹਿਣਾ ਸੀ ਪਾਤਸ਼ਾਹ ਮੁਰਦਾ ਖਾਣਾ, ਤੁਸੀਂ ਤੇ ਮਨਾ ਕਰਦੇ ਹੋ। ਮੁਰਦਾ ਨਹੀਂ ਖਾ ਸਕਦਾ, ਹੋਰ ਜੋ ਕਹੋਗੇ ਖਾ ਲਵਾਂ। ਪਰ ਉਹ ਸਿੱਖ ਉਹ ਸੀ ਜਿਹੜਾ ਆਪਣੇ ਗੁਰੂ ਦੇ ਮੂੰਹ ਵਿੱਚੋਂ ਕਹੇ ਬਚਨਾਂ ਨੂੰ ਸਤ ਬਚਨ ਕਹਿ ਕੇ ਮੰਨਣ ਵਾਲਾ ਹੈ।
ਹੁਕਮ ਕਿਵੇਂ ਮੰਨੀਏ ਸਿਖਾਇਆ ਸਾਨੂੰ ਪਾਤਸ਼ਾਹਾਂ ਨੇ। ਹਜ਼ੂਰ ਕਹਿਣ ਲੱਗੇ ਮੁਰਦੇ ਨੂੰ ਖਾ। ਬਸ ਉਹਨੇ ਕੀ ਕੀਤਾ ਭੈ ਲੈਣਾ ਜਿਹਨੇ ਕੁਝ ਨਹੀਂ, 7 ਬਚਨ ਆਖਿਆ ਜੀ। ਕਹਿਣ ਲੱਗੇ ਜਿਉਂ ਮੁਰਦੇ ਨੂੰ ਖਾਣ ਲੱਗਾ, ਜਿਉਂ ਹੀ ਉੱਪਰੋਂ ਚਾਦਰ ਹਟਾਈ ਤੇ ਚਾਦਰ ਹਟਾਉਣ ਦੀ ਦੇਰ ਸੀ, ਉੱਥੇ ਮੁਰਦਾ ਨਹੀਂ ਸੀ ਕੋਈ, ਉੱਥੇ ਕੜਾਹ ਪ੍ਰਸ਼ਾਦ ਦੀ ਦੇਗ ਪਈ ਹੋਈ ਸੀ। ਭੈ ਲੈਣਾ ਜੀ ਕਹਿਣ ਲੱਗੇ ਪਾਤਸ਼ਾਹ ਆ ਕੀ? ਹਜ਼ੂਰ ਕਹਿਣ ਲੱਗੇ ਬਸ ਮੈਂ ਇਹ ਵੇਖਣਾ ਸੀ ਕਿੰਨਾ ਕੁ ਹੁਕਮ ਮੰਨਦਾ ਮੇਰਾ, ਕਿਉਂਕਿ ਜਿਹੜਾ ਹੁਕਮ ਮੰਨਦਾ ਨਾ, ਕਹਿਣ ਲੱਗੇ ਦਾਤਾਂ ਤੇ ਬਖਸ਼ਿਸ਼ਾਂ ਮਿਲਦੀਆਂ ਹੀ ਉਸੇ ਨੂੰ ਨੇ। ਇਸ ਹੁਕਮ ਮੰਨਣ ਕਰਕੇ ਹੀ ਭਾਈ ਲਹਿਣਾ ਜੀ ਗੁਰੂ ਅੰਗਦ ਬਣ ਕੇ ਗੁਰੂ ਨਾਨਕ ਦੇ ਤਖਤ ਤੇ ਬਿਰਾਜਮਾਨ ਹੋਈ। ਇਹ ਹੁਕਮ ਮੰਨਣ ਦੀ ਗੱਲ ਹੈ। ਬਸ ਅਸੀਂ ਨਹੀਂ ਹੁਕਮ ਮੰਨਦੇ, ਬੰਦਾ ਹੀ ਨਹੀਂ ਮੰਨਦਾ। ਜਿਹੜਾ ਬੰਦਾ ਹੁਕਮ ਨਹੀਂ ਮੰਨਦਾ ਇਨਸਾਨ, ਉਹ ਰੱਬ ਦਾ ਕਾਫਿਰ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਜਿਨ੍ਹਾਂ ਨੇ ਕਮਾਈਆਂ ਕੀਤੀਆਂ ਆਖਦੇ ਨੇ ਫਰਮਾਨ ਤੇਰਾ ਸਿਰੇ ਉੱਪਰ, ਤੂੰ ਹੁਕਮ ਤੇ ਕਰ, ਕੋਈ ਫਰਮਾਨ ਤੇ ਕਰ। फरमान तेरा सिरे ऊपर। सच्चे पातशाह कोई विचार नहीं करांगे, कोई तर्क नहीं करांगे। फरमान तेरा सिरे ऊपर, फिर ना करत विचार। ते आखदे ने तू भावे जिउंदा रख, भावे मार दे, भावे भुखा रख, भावे 36 प्रकार दे भोजन दे, कखां दी कुल्ली विच रख, सोने दे महल्ला विच टका। कहन लगे बस तेरे हुक्म ते तेरे हुक्म तो पासे नहीं जा सकते। फरमान तेरा सिरे ऊपर, फिर ना करत विचार। तू ही दरिया तू ही करिया, तुझे ते निस्तार। ते भगत साहब जी आखदे ने नाम तेरा आधार मेरा, जो फूल जई है नार। कहो कबीर गुलाम घर का, जी आए भावे मार। तेरे घर दे गुलाम गोले तेरे घर दे, ते गोला मुर्दे दी तरह हुंदा है। जिवें मुर्दे दी कोई हरकत ही ना हुंदी, मुर्दा कब्र दे अधीन हुंदा है। कहन लगे सिख भी गुरु दे अधीन होना चाहिए। सतगुरु जज बचन कह रहे ने, सब आए हुक्म खसमा हो। सारे रब दे हुक्म विच आए आ, उहदा हुक्म चलदा है। हुक्म सब वरतनी, चारे पासे दा हुक्म वरत रहा है। चारे पासे जिधर भी वेखिए उहदा हुक्म है। सच साहिब साचा खेल, सच हर तनी। ओ मालक ਜਿਹੜਾ ਇਹ ਸਾਰੀ ਖੇਡ ਖੇਡਦਾ ਪਿਆ, ਉਹਦੀ ਖੇਡ ਵੀ ਸੱਚੀ, ਉਹ ਖੇਡ ਨੂੰ ਖੇਡਣ ਵਾਲਾ ਵੀ ਸੱਚੀ, ਤੇ ਉਹ ਜਿਹੜਾ ਮਾਲਕ ਹੈ ਉਹ ਪਰਮਾਤਮਾ ਆਪਣੇ ਆਪ ਵਿੱਚ ਸਮਰੱਥ ਹੈ। ਅਖੀਰ ਦੀਆਂ ਪੰਕਤੀਆਂ ਨੇ ਜੀ, ਪੌਣ ਪਾਣੀ ਧਰਤੀ ਆਕਾਸ਼, ਘਰ ਮੰਦਰ ਹਰ ਬਣੀ। ਇਹ ਧਰਤੀ ਆਕਾਸ਼ ਪਾਤਾਲ ਪਾਣੀ ਹਵਾ, ਇਹ ਵੀ ਪਰਮਾਤਮਾ ਤੇਰੇ ਘਰ ਨੇ। तू धरती ते भी रहना, आकाश विच भी है, पाताल विच भी है, हवा विच भी है, अगन विच भी है। तू हर पासे समाया होया है। विच वरतै नानक आप, झूठ कहो क्या गनी। मैं की झूठ आखा। ओ परमात्मा जेड़ा गणी है, गुणा दा खजाना है, सब तो वड्डा है। कहन लगियो हर थां ते वरतदा पिया, हर पासे ओदा पसारा है। बस कोई वेखण वाला होवे, जिस पासे भी निगाह जांदी है उस पासे परमात्मा ही नजर आउंदा पिया। अज दे इन्हां अमृत बचनां विच धन गुरु नानक सच्चे पातशाह जी दी जोत दे मालक गुरु रामदास पातशाह जी सच्ची सरकार, जिन्हां दा कल प्रकाश दिहाड़ा भी है, गुरु रामदास महाराज जी दा, सतगुरु जी दियां बख्शिशां रहमतां ने। हुक्म विच बहुत कुछ मिलता है।
ਕੋਈ ਹੁਕਮ ਨੂੰ ਮੰਨਣ ਵਾਲਾ ਹੋਵੇ, ਸਤਿਗੁਰਾਂ ਦੇ ਬਚਨਾਂ ਨੂੰ ਸਤ ਬਚਨ ਕਹਿ ਕੇ ਖਿੜੇ ਮੱਥੇ ਪ੍ਰਵਾਨ ਕਰਨ ਵਾਲਾ ਹੋਵੇ, ਤੇ ਗੁਰੂ ਮੇਰਾ ਬਖਸ਼ਿਸ਼ਾਂ ਰਹਿਮਤਾਂ ਕਰਨ ਲੱਗਿਆਂ ਪਲ ਦੀ ਵੀ ਦੇਰੀ ਨਹੀਂ ਲਾਉਂਦਾ। ਸਤਿਗੁਰੂ ਜੀ ਕਿਰਪਾ ਕਰਨ। ਆਪਾਂ ਸਾਰਿਆਂ ਨੇ ਹੀ ਅਰਦਾਸ ਬੇਨਤੀ ਮਾਲਕ ਦੇ ਦਰ ਤੇ ਕਰਨੀ ਹੈ, ਪਾਤਸ਼ਾਹ ਜੀ ਕਿਰਪਾ ਕਰਿਓ, ਸਾਨੂੰ ਵੀ ਆਪਣੇ ਦਰ ਤੋਂ ਇੰਨੀ ਕੁ ਰਹਿਮਤ ਬਖਸ਼ਿਸ਼ ਸਾਡੇ ਤੇ ਵੀ ਕਰ ਦਿਓ। ਸਾਨੂੰ ਤੁਹਾਡਾ ਹੁਕਮ, ਤੁਸੀਂ ਹੁਕਮ ਕਰ ਦਿਓ, ਬਾਣੀ ਪੜੋ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਬਾਣੀ ਅਤੇ ਬਾਣੀ ਦੇ ਧਾਰਨੀ ਬਣੋ। ਸਤਿਗੁਰੂ ਜੀ ਸਾਨੂੰ ਇਹ ਤੁਹਾਡਾ ਹੁਕਮ ਕਮਾਉਣਾ ਆ ਜਾਏ ਤਾਂ ਹੀ ਸਾਡੇ ਜੀਵਨ ਦਾ ਭਲਾ ਹੈ। ਪਾਤਸ਼ਾਹ ਜੀ ਕਿਰਪਾ ਕਰਨ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਨੇ, ਸਤਿਗੁਰੂ ਜੀ ਆਪ ਜੀ ਸਮੂਹ ਸੰਗਤ ਬਖਸ਼ਣਯੋਗ ਹੈ, ਆਪ ਜੀ ਨੇ ਬਖਸ਼ ਦੇਣਾ ਜੀ। ਆਓ ਬੜੇ ਪਿਆਰ ਨਾਲ ਫਤਿਹ ਪ੍ਰਵਾਨ ਕਰੋ। ਪਿਆਰ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੇ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਨ ਆਈਆਂ, ਸਭ ਦੂਤਾਂ ਗਾਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ, ਕਾਰ ਸਭ ਸਵਾਰਨਾ। ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉ ਮਨੁ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਬਿਟਹੁ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਨਹੁ ਸੰਤੋ, ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰਿਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ, ਜਿਨ ਕਉ ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਨਹੁ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ, ਉਤੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ